ਗੁਰੂ ਸਵਾਰੇ ਸਤਸੰਗੀ ਜਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਵਿਚਾਰ ਦੇ ਤਹਿਤ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਖਮਣੀ ਦੇ ਰਾਹੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਨਾਨਕ ਨੇ ਸੁੱਖ ਦਾ ਘਰ ਕਿਹੜਾ ਦੱਸਿਆ ਹੈ, ਔਰ ਉਸ ਸੁੱਖ ਨੂੰ ਆਪਣੇ ਇਸ ਹਿਰਦੇ ਰੂਪੀ ਮਨ ਵਿੱਚ ਪਰੋ ਕੇ ਇਸ ਸਰੀਰ ਨੂੰ ਸੁੱਖਾਂ ਦੇ ਵਿੱਚ ਲੈ ਕੇ ਜਾਣਾ ਹੈ। ਔਰ ਉਹ ਉਦੋਂ ਹੀ ਹੋ ਸਕਦਾ ਜਦੋਂ ਗੁਰੂ ਦੇ ਗਿਆਨ ਨੂੰ ਸਮਝ ਕੇ ਪੜ੍ਹੀਏ। ਸੋ ਪਿਆਰ ਵਾਲਿਓ, ਸੁਖਮਣੀ ਸਾਹਿਬ ਇੱਕ ਉਹ ਬਾਣੀ ਹੈ ਜਿਹੜੀ ਘਰ ਘਰ ਪੜ੍ਹੀ ਜਾਂਦੀ ਹੈ, ਔਰ ਪੜ੍ਹਨ ਦੇ ਨਾਲ ਨਾਲ ਕਿਤੇ ਸਾਨੂੰ ਇਹ ਵੀ ਗਿਆਨ ਹੋ ਜਾਵੇ ਨਾ ਕਿ ਸਤਿਗੁਰੂ ਜੀ ਨੇ ਇਸ ਗੁਰਬਾਣੀ ਦੇ ਵਿੱਚ ਇੱਕ ਸਿੱਖ ਨੂੰ ਗਿਆਨ ਕੀ ਦਿੱਤਾ ਹੈ, ਕਿਵੇਂ ਜਿਉਣ ਦਾ ਢੰਗ ਦੱਸਿਆ ਹੈ, ਉਸ ਢੰਗ ਨੂੰ ਅਪਣਾ ਕੇ ਸਹੀ ਮਾਇਨਿਆਂ ਵਿੱਚ ਸੁੱਖ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਸੋ ਆਓ ਤੀਸਰੇ ਸ਼ਲੋਕ ਦੇ 8ਵੇਂ ਪਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਅਸੀਂ। ਸਤਿਗੁਰੂ ਜੀ ਕਹਿੰਦੇ, ਵੇਖੋ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹੁਣ ਵੇਖੋ, ਸ਼ਲੋਕ ਸੀਗਾ ਬਹੁਤ ਸ਼ਾਸਤਰ ਬਹੁਤ ਸਿਮਰਤੀ। ਸੋ ਪਿਆਰ ਵਾਲਿਓ, ਪੜ੍ਹ ਕੇ ਇਹ ਪਤਾ ਲੱਗ ਜਾਂਦਾ ਕਿ ਪਰਮਾਤਮਾ ਪੂਜਣ ਦੀ ਕੋਈ ਚੀਜ਼ ਨਹੀਂ। ਨਾਨਕ ਨਾਮ ਅਮੋਲ, ਨਾਨਕ ਸਾਹਿਬ ਜੀ ਕਹਿੰਦੇ ਉਹਦੇ ਗੁਣ ਤੇ ਅਨਮੋਲ ਨੇ, ਤੇ ਅਸੀਂ ਪੂਜਾ ਕਰ ਕਰਕੇ ਭਾਵ ਅਸੀਂ ਜਿਹੜੀ ਗੁਰਬਾਣੀ ਨੂੰ ਸਮਝਣ ਦੀ ਬਜਾਏ ਸਿਰਫ ਗੁਰਬਾਣੀ ਨੂੰ ਮੱਥੇ ਟੇਕ ਕੇ ਘਰਾਂ ਨੂੰ ਚਲੇ ਜਾਂਦੇ ਹਾਂ। ਸੋ ਪਿਆਰ ਵਾਲਿਓ, ਹੁਣ ਅੱਜ ਉਸੇ ਚੀਜ਼ ਨੂੰ ਸਤਿਗੁਰੂ ਜੀ ਵੇਖੋ 8ਵੇਂ ਪਦੇ ਵਿੱਚ ਸਮਝਾਉਣਾ ਕਰਦੇ ਨੇ। ਕਹਿੰਦੇ ਸਾਰੇ ਧਰਮਾਂ ਵਿੱਚੋਂ ਧਰਮ ਕੀ ਹੁੰਦਾ? ਜੀਵਨ ਜਿਉਣ ਦਾ ਢੰਗ, ਸੱਚ ਦੀ ਪਹਿਚਾਨ। ਜਦੋਂ ਸੱਚ ਦੀ ਪਹਿਚਾਨ ਹੋ ਜਾਵੇ ਤੇ ਸਤਿਗੁਰੂ ਜੀ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਸਭ ਤੋਂ ਸੱਚਾਈ ਕੀ ਹੈ? ਹਰ ਕੋ ਨਾਮ ਜਪ, ਕਿ ਪਰਮਾਤਮਾ ਦੇ ਸਿਧਾਂਤ ਨੂੰ ਸਮਝ ਲਿਆ ਜਾਵੇ। ਜਪ ਦਾ ਮਤਲਬ ਕੀ ਹੁੰਦਾ ਹੈ? ਜਪੀ ਜਾਣਾ ਨਹੀਂ। ਪਿਆਰ ਵਾਲਿਓ, ਪਰਮਾਤਮਾ ਦੇ ਨਾਮ ਨੂੰ ਅਸੀਂ ਵੇਖੋ ਕਈ ਵਾਰੀ ਸ਼ੋਰਟਕੱਟ ਵਿੱਚ ਕਹਿੰਦੇ ਹੁਣ ਮੈਨੂੰ ਜਪ ਗਿਆ, ਉਹ ਕਿੱਥੇ ਰਹਿੰਦਾ ਕਹਿ ਦਿੰਦੇ ਹਾਂ ਨਾ ਕਈ ਵਾਰੀ ਪਿਆਰ ਵਿੱਚ। ਸੋ ਗੁਰਬਾਣੀ ਕਾਵ ਰਚਨਾ ਦੇ ਤਹਿਤ ਪਰ ਗਿਆਨ ਬੜਾ ਉੱਚ ਕੋਟੀ ਦਾ ਹੈ, ਕਿਉਂਕਿ ਗੱਲ ਸਾਰੀ ਪਰਮਾਤਮਾ ਦੀ ਹੈ। ਹੂੰ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ, ਸਤਿਗੁਰੂ ਜੀ ਕਹਿੰਦੇ ਪਏ ਨੇ। ਸੋ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਪਰਮਾਤਮਾ ਦੇ ਸਿਧਾਂਤ ਦੀ ਸਮਝ ਆ ਗਈ ਤੇ ਨਿਰਮਲ ਕਰਮ, ਮੈਲ ਤੋਂ ਰਹਿਤ ਕੀਤੇ ਹੋਏ ਕਰਮ। ਕਿਹੜੀ ਮੈਲ? ਵਿਸ਼ੇ ਵਿਕਾਰਾਂ ਦੀ, ਮਾੜੀ ਸੋਚ ਦੀ। ਕਿਉਂਕਿ ਅੱਜ ਵੇਖੋ ਮਾੜੀ ਸੋਚ ਹੀ ਇਨਸਾਨ ਦੇ ਦੁੱਖ ਦਾ ਕਾਰਨ ਹੈ। ਇਨਸਾਨ ਨੂੰ ਇਹ ਦੁੱਖ ਨਹੀਂ ਕਿ ਮੈਨੂੰ 2 ਰੋਟੀਆਂ ਕਿਉਂ ਮਿਲ ਰਹੀਆਂ ਨੇ, 4 ਕਿਉਂ ਨਹੀਂ ਮਿਲਦੀਆਂ। ਮੈਨੂੰ ਇਹ ਦੁੱਖ ਨਹੀਂ ਕਿ ਮੇਰੇ ਕੋਲ 1 ਕਾਰ ਹੈ। ਮੈਨੂੰ ਇਹ ਦੁੱਖ ਹੈ ਕਿ ਮੇਰੇ ਨਾਲ ਦੇ ਕੋਲ 4 ਰੋਟੀਆਂ ਤੇ ਮੇਰੇ ਨਾਲ ਦੇ ਕੋਲ 2 ਕਾਰਾਂ ਕਿਉਂ ਨੇ। ਆਹ ਦੁੱਖ ਹੈ ਅੱਜ ਇਨਸਾਨ ਨੂੰ, ਔਰ ਇਹਨੂੰ ਸਤਿਗੁਰੂ ਜੀ ਕਹਿੰਦੇ ਨਿਰਮਲ ਕਰਮ। ਹੁਣ ਮੈਲ ਤੋਂ ਰਹਿਤ ਹੋ ਗਿਆ। ਹੁਣ ਕੋਈ ਹੁਣ ਪਤਾ ਹੈ ਕਿ ਉਹ ਆਪਣੀ ਮਿਹਨਤ ਦੀ ਕਰ ਰਿਹਾ ਹੈ, ਆਪਣੀ ਮਿਹਨਤ ਦੀ ਖਾ ਰਿਹਾ। ਮੈਂ ਆਪਣੀ ਮਿਹਨਤ ਕਰਨੀ ਹੈ, ਸੱਚ ਨੂੰ ਪਹਿਚਾਨਣਾ ਹੈ, ਸੱਚ ਦੇ ਸਿਧਾਂਤ ਦੇ ਤਹਿਤ ਕਰਮ ਕਰਨੇ ਨੇ। ਸੋ ਸਤਿਗੁਰੂ ਜੀ ਵੇਖੋ ਕਹਿੰਦੇ ਨੇ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਲਓ ਜੀ, ਸਾਧ ਸੰਗ, ਗੁਰੂ ਦੇ ਗਿਆਨ ਦਾ ਸੰਗ ਕੀਤਾ, ਗੁਰੂ ਦੇ ਗਿਆਨ ਨੂੰ ਸਮਝ ਲਿਆ, ਤੇ ਦੁਰਮਤ ਮਲ, ਜਿਹੜੀ ਮਾੜੀ ਮੱਤ ਦੇ ਵਿੱਚ ਮੈਲ ਪਈ ਹੋਈ ਸੀ ਨਾ, ਖਤਮ ਹੋ ਗਈ। ਹਿਰਿਆ ਦਾ ਮਤਲਬ ਹੈ ਖਤਮ। ਤੇ ਸਗਲ ਕਿਰਿਆ ਮੈਂ, ਸਾਰੀਆਂ ਕਿਰਿਆ, ਸਾਰੀਆਂ ਸੋਚਾਂ ਵਿੱਚੋਂ ਉੱਤਮ ਸੋਚ ਕਿਹੜੀ ਹੈ? ਗੁਰੂ ਦੇ ਗਿਆਨ ਦਾ ਸੰਗ, ਸਾਧ ਸੰਗ।
ਸਾਰੇ ਕਰਮਾਂ ਵਿੱਚੋਂ ਸਭ ਤੋਂ ਉੱਤਮ ਕਰਮ ਹੈ ਗੁਰੂ ਦੇ ਗਿਆਨ ਦਾ ਸੰਗ ਕਰਨਾ, ਕਿਉਂਕਿ ਸਾਨੂੰ ਅਸਹੀ ਮੈਣਿਆਂ ਵਿੱਚ ਕਰਮ ਕਰਨ ਦੀ ਪਤਾ ਲੱਗ ਜਾਵੇਗਾ ਕਿ ਕਰਮ ਕਰਨੇ ਕਿਵੇਂ ਦੇ ਨੇ, ਕਿਹੜੇ ਕਰਮ ਕਰਨੇ ਨੇ। ਸੋ ਸਤਿਗੁਰੂ ਜੀ ਨੇ ਵੇਖੋ ਕਿਤਨੀ ਉੱਚ ਕੋਟੀ ਦੀ ਸਿੱਖਿਆ ਸਿੱਖ ਨੂੰ ਦਿੰਦੇ ਨੇ, ਔਰ ਸਿੱਖ ਪੜ੍ਹਦਾ ਹੀ ਚਲਾ ਜਾ ਰਿਹਾ, ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਪਿਆਰ ਵਾਲਿਓ, ਅਸੀਂ ਸਮਝਣਾ ਹੈ ਔਰ ਆਪਣੇ ਜੀਵਨ ਨੂੰ ਗੁਰੂ ਦੇ ਗਿਆਨ ਅਨੁਸਾਰ ਚਲਾਉਣਾ ਹੈ। ਸੋ ਸਤਿਗੁਰੂ ਜੀ ਵੇਖੋ ਹੁਣ ਸਾਨੂੰ ਉਸੇ ਚੀਜ਼ ਨੂੰ ਸਮਝਾਉਣਾ ਕਰਦੇ ਨੇ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਣੀ। ਸਾਰੀਆਂ ਬਾਣੀਆਂ ਵਿੱਚੋਂ ਅੰਮ੍ਰਿਤ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਮ੍ਰਿਤ ਹੈ, ਜਿਉਣ ਦਾ ਢੰਗ ਸਾਨੂੰ ਦੱਸਦੇ ਨੇ ਗੁਰੂ ਜੀ। ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਵਿੱਚੋਂ ਸਾਨੂੰ ਜੀਵਨ ਜਿਉਣ ਦਾ ਢੰਗ ਮਿਲ ਜਾਂਦਾ। ਜੀਵਨ ਜਿਉਣ ਦੇ ਢੰਗ ਨੂੰ ਅੰਮ੍ਰਿਤ ਦੱਸਿਆ ਜਦੋਂ ਗੁਰੂ ਦੇ ਗਿਆਨ ਅਨੁਸਾਰ ਜੀਵਨ ਨੂੰ ਸਿੱਖ ਜਿਉਣਾ ਸ਼ੁਰੂ ਕਰ ਦੇਵੇ। ਤੇ ਉਹਦੇ ਵਾਸਤੇ ਹਰ ਕੋ ਜਸ, ਸਿਰਫ ਗਿਆਨ ਦਾ ਜਸ ਹੋਵੇ। ਹੁਣ ਵੇਖੋ ਬਿਰਤੀ ਉੱਚੀ ਉੱਠ ਗਈ ਨਾ 8ਵੇਂ ਪਦੇ ਵਿੱਚ। ਹੁਣ ਪਤਾ ਲੱਗ ਗਿਆ ਕਿ ਪੜ੍ਹ ਕੇ ਨਹੀਂ, ਪੜ੍ਹਨ ਦੇ ਨਾਲ ਨਾਲ ਮੈਂ ਸਮਝ ਕੇ ਆਪਣੇ ਜੀਵਨ ਨੂੰ ਵੀ ਗਿਆਨ ਦੇ ਅਨੁਸਾਰ ਚਲਾਉਣਾ ਹੈ। ਰਸਨ ਬਖਾਣੀ, ਰਸਨ ਦਾ ਮਤਲਬ ਹੈ ਹੁਣ ਰਸਨਾ ਦੇ ਉੱਤੇ ਮਾੜੇ ਬੋਲ ਆਉਂਦੇ ਨੇ ਤੇ ਉਹਦਾ ਭੁਗਤਣਾ ਪੈਂਦਾ, ਪਰ ਹੁਣ ਰਸਨਾ ਪਰਮਾਤਮਾ ਦੇ ਗੁਣਾਂ ਵਾਲੀ ਗੱਲ ਕਰਦੀ ਹੈ। ਪਰਮਾਤਮਾ ਦੇ ਗੁਣਾਂ ਵਿੱਚ, ਕਿਉਂਕਿ ਸੋਚ ਕਿਹੜੀ ਬਣ ਗਈ ਮਨ ਦੇ ਅੰਦਰ, ਗਿਆਨ ਦੀ, ਜੋ ਗੁਰੂ ਸਾਹਿਬ ਜੀ ਗਿਆਨ ਬਖਸ਼ਦੇ ਨੇ। ਸੋ ਸਤਿਗੁਰੂ ਜੀ ਨੇ ਵੇਖੋ ਇੱਕ ਸਿੱਖ ਨੂੰ ਉੱਚ ਕੋਟੀ ਜੀਵਨ ਜਿਉਣ ਦੀ ਜਾਂਚ ਦੱਸੀ ਹੈ, ਔਰ ਸਿੱਖ ਉਸ ਜਾਂਚ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਤੇ ਪਿਆਰ ਵਾਲਿਓ, ਕਦੀ ਝਾਤੀ ਮਾਰ ਕੇ ਵੇਖੀਏ ਕਿ ਮੈਂ ਸਹੀ ਮੈਣਿਆਂ ਵਿੱਚ ਗੁਰੂ ਦਾ ਸਿੱਖ ਹਾਂ। ਔਰ ਜੇ ਗੁਰੂ ਦੇ ਸਿੱਖ ਬਣਨ ਦੀ ਮੋਹਰ ਲਾਉਣੀ ਹੈ ਤੇ ਇੱਕੋ ਹੀ ਤਰੀਕਾ ਹੈ ਕਿ ਗੁਰੂ ਦੇ ਗਿਆਨ ਨੂੰ ਸਮਝਣਾ ਕਰੀਏ, ਔਰ ਗੁਰੂ ਦੇ ਗਿਆਨ ਨੂੰ ਸਮਝ ਕੇ ਜੀਵਨ ਨੂੰ ਵੀ ਉਧਰ ਨੂੰ ਲੈ ਜਾਈਏ। ਸਗਲ ਥਾਨ ਤੇ ਉਤਮ ਥਾਨ, ਥਾਨ ਕਹਿੰਦੇ ਸਾਰੇ ਸਰੀਰਾਂ ਵਿੱਚੋਂ ਸਾਰੇ ਉੱਤਮ ਸਰੀਰ ਕਿਹੜਾ ਹੈ? ਉਹ ਥਾਂ ਕਹਿ ਲਵੋ, ਉਹ ਸਰੀਰ ਕਹਿ ਲਵੋ ਕਿ ਸਭ ਤੋਂ ਉੱਤਮ ਉਹ ਥਾਂ ਹੈ, ਸਭ ਤੋਂ ਉੱਤਮ ਉਹ ਸਰੀਰ ਹੈ। ਨਾਨਕ ਸਾਹਿਬ ਜੀ ਦੀ ਸੋਚ ਕਹਿੰਦੀ, ਵੇਖੋ ਜਹ ਘਟ ਬਸੈ ਹਰ ਨਾਮ। ਜਿਸ ਸਰੀਰ ਦੇ ਵਿੱਚ ਪਰਮਾਤਮਾ ਦੇ ਸਿਧਾਂਤ ਦੀ ਸਮਝ ਲੱਗੀ, ਗੁਰੂ ਦੇ ਗਿਆਨ ਨੂੰ ਸਮਝਣਾ ਸ਼ੁਰੂ ਕਰ ਦਿੱਤਾ। ਜੈ ਘਟ ਵਸੈ, ਜਿੱਥੇ ਉਹ ਥਾਂ ਕਹਿ ਲਵੋ, ਉਹ ਸਰੀਰ ਕਹਿ ਲਵੋ ਜਿੱਥੇ ਪਰਮਾਤਮਾ ਦਾ ਸਿਧਾਂਤ ਵਸ ਗਿਆ। ਹਰ ਕੋ ਨਾਮ, ਹਰ ਨਾਮ ਕੀ? ਪਰਮਾਤਮਾ ਦਾ ਸਿਧਾਂਤ। ਸੋ ਸਤਿਗੁਰੂ ਜੀ ਨੇ ਵੇਖੋ ਤੀਸਰੇ ਸ਼ਲੋਕ ਦੇ 8ਵੇਂ ਪਦੇ ਵਿੱਚ ਅੱਜ ਸਿੱਖ ਨੂੰ ਕਿਤਨੀ ਉੱਚ ਕੋਟੀ ਦੀ ਸਿੱਖਿਆ ਦੇ ਦਿੱਤੀ ਕਿ ਸਿੱਖਾ ਗੁਰਬਾਣੀ ਪੜ੍ਹ, ਨਹੀਂ ਪੜ੍ਹਨੀ ਆਉਂਦੀ ਸੁਣ, ਪਰ ਉਹਦੇ ਅਰਥ ਵੀ ਤੇ ਪੁੱਛ ਕਿ ਮੈਨੂੰ ਸਤਿਗੁਰੂ ਜੀ ਨੇ ਜੀਵਨ ਜਿਉਣ ਦਾ ਕੀ ਤਰੀਕਾ ਦੱਸਿਆ ਹੈ, ਉਹ ਤਰੀਕਾ ਪੁੱਛ, ਔਰ ਉਸ ਤਰੀਕੇ ਦੇ ਅਨੁਸਾਰ ਇਸ ਸਰੀਰ ਨੂੰ ਜਦੋਂ ਚਲਾਵੇਂਗਾ, ਜਾਂ ਇਹ ਕਹਿ ਲਈਏ ਕਿ ਜਿਵੇਂ ਗੁਰੂ ਸਾਹਿਬ ਜੀ ਨੇ ਦੱਸਣਾ ਕੀਤਾ, ਉਸ ਦੱਸੇ ਹੋਏ ਮਾਰਗ ਤੇ ਚੱਲਣਾ ਅਸੀਂ ਸ਼ੁਰੂ ਕਰ ਦਿੱਤਾ, ਤੇ ਸਹੀ ਮੈਣਿਆਂ ਵਿੱਚ ਪਰਮਾਤਮਾ ਦੀ ਬਖਸ਼ਿਸ਼ ਮਿਲ ਜਾਵੇਗੀ। ਕਿਉਂਕਿ ਲਾਸਟ ਪੰਕਤੀ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਸਗਲ ਥਾਂ, ਸਾਰਿਆਂ ਤੋਂ ਉੱਤਮ ਹੈ ਉਹ ਸਰੀਰ, ਉਹ ਥਾਂ ਜਿੱਥੇ ਪਰਮਾਤਮਾ ਦਾ ਸਿਧਾਂਤ ਕੰਮ ਕਰਦਾ ਹੈ। ਹੁਣ ਵੇਖੋ ਪਰਮਾਤਮਾ ਦੇ ਸਿਧਾਂਤ ਵਿੱਚ ਸੂਰਜ ਚੜ੍ਹ ਰਿਹਾ ਹੈ, ਚੰਦਰਮਾ ਚੜ੍ਹ ਰਿਹਾ ਹੈ, ਦਿਨ ਹੋ ਰਿਹਾ, ਰਾਤ ਹੋ ਰਿਹਾ, ਤੇ ਸਾਨੂੰ ਬੜਾ ਚੰਗਾ ਲੱਗਦਾ ਹੈ। ਪਰ ਜਿਵੇਂ ਲੋਕਡਾਊਨ ਹੋਇਆ, ਘਰਾਂ ਵਿੱਚ ਰਹਿਣ ਲੱਗ ਗਏ ਆ, ਘਰਾਂ ਵਿੱਚ ਲੜਾਈਆਂ ਛਿੜ ਗਈਆਂ, ਕਲੇਸ਼ ਪੈ ਗਏ, ਲੋਕੀ ਕਲਪ ਰਹੇ ਨੇ। ਕਿਉਂ? ਕਿਉਂਕਿ ਪਰਮਾਤਮਾ ਦੇ ਸਿਧਾਂਤ ਤੋਂ ਉਲਟ ਹੋ ਰਿਹਾ ਕੰਮ। ਸੋ ਪਿਆਰ ਵਾਲਿਓ, ਪਰਮਾਤਮਾ ਨੇ ਇੱਕ ਸਿਧਾਂਤ ਬਣਾ ਦਿੱਤਾ ਹੈ।
ਹੁਣ ਇਹ ਵਾਇਰਸ ਆਏ ਨੇ ਉਹ ਵੀ ਸਾਡੀ ਹੀ ਗਲਤੀ ਤੋਂ। ਸੋ ਪਿਆਰ ਵਾਲਿਓ, ਪਰਮਾਤਮਾ ਦੇ ਸਿਧਾਂਤ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਹੀ ਇਸ ਜੀਵਨ ਨੂੰ ਸਫਲ ਕੀਤਾ ਜਾ ਸਕਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ